ਅੱਜ ਆਪਾਂ ਗੱਲ ਕਰਨੀ ਹੈ 3 ਜੂਨ ਆਇਲਸ ਐਗਜ਼ਾਮ ਰਿਵਿਊ ਦੀ। ਤਾਂ ਰਾਈਟਿੰਗ ਫੁੱਲ ਸੈਂਪਲ ਆਂਸਰ ਦੀ ਗੱਲ ਕਰਾਂਗੇ ਕਿ ਜੋ ਆਪਾਂ ਨੂੰ ਸਟੇਟਮੈਂਟ ਦੇਖਣ ਨੂੰ ਮਿਲੀ ਸੀ ਉਸ ਨੂੰ ਆਪਾਂ ਕਿਸ ਤਰੀਕੇ ਨਾਲ ਬੈਟਰ ਵੇ ਦੇ ਨਾਲ ਆਈਡੀਆਜ਼ ਐਗਜ਼ਾਮਪਲਸ ਦੇ ਨਾਲ ਐਸੇ ਜਿਹੜਾ ਰਾਈਟ ਕਰ ਸਕਦੇ ਸੀਗੇ। ਓਕੇ, ਸੈਂਪਲ ਆਂਸਰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਨਿਊ ਬੈਚ ਰਾਈਟਿੰਗ ਦੀ ਗੱਲ ਕਰ ਲਈਏ। ਕਾਫੀ ਸਟੂਡੈਂਟਸ ਦੀ ਰਾਈਟਿੰਗ ਲਈ ਐਡਮਿਸ਼ਨ ਲਈ ਗੱਲ ਆ ਰਹੀ ਸੀ, ਤਾਂ ਆਪਣਾ ਜੋ 1 ਜੂਨ ਨੂੰ ਬੈਚ ਸੀ ਉਹ ਫੁੱਲ ਹੈ, ਹੁਣ ਉਸ ਦੇ ਵਿੱਚ ਐਡਮਿਸ਼ਨ ਨਹੀਂ ਹੋ ਸਕਦੀ। ਸੋ ਤੁਹਾਨੂੰ ਨੈਕਸਟ ਬੈਚ ਦੀ ਜਿਹੜੀ ਵੇਟ ਕਰਨੀ ਪਊਗੀ ਉਹ ਆਪਣਾ 15 ਜੂਨ ਨੂੰ ਸਟਾਰਟ ਹੋਣਾ ਹੈਗਾ, ਠੀਕ ਹੈ। ਸੋ ਇਸ ਦੇ ਵਿੱਚ ਕੀ ਹੁੰਦਾ, ਆਪਣੇ ਜੋ ਰਾਈਟਿੰਗ ਬੈਚ ਹੁੰਦਾ ਇਸ ਦੇ ਵਿੱਚ ਕੀ ਆ, ਸਟਰਕਚਰ ਆਪਣਾ ਜਿਹੜਾ ਕਲੀਅਰ ਕਰਵਾਇਆ ਜਾਂਦਾ ਹੈ, ਤੁਹਾਨੂੰ ਐਸੇ ਦਾ ਕੰਪਲੈਕਸ ਸੈਂਟੈਂਸ ਕਰਵਾਏ ਜਾਂਦੇ ਨੇ। ਵੇਰੀਏਸ਼ਨ ਕਾਫੀ ਜ਼ਰੂਰੀ ਨੇ, ਜਦੋਂ ਵੀ ਤੁਸੀਂ ਟਾਸਕ 1 ਟਾਸਕ 2 ਲਿਖਦੇ ਹੋ ਤਾਂ ਮਸਟ ਨੇ ਵੇਰੀਏਸ਼ਨ, ਠੀਕ ਹੈ। ਤਾਂ ਵੇਰੀਏਸ਼ਨ ਕਰਵਾਈਆਂ ਜਾਂਦੀਆਂ ਨੇ, ਕੰਪਲੈਕਸ ਸੈਂਟੈਂਸ, ਪੈਸਿਵ ਵੌਇਸ, ਕੰਡੀਸ਼ਨਲ ਸੈਂਟੈਂਸ, ਕੁਐਸਚਨ ਫਾਰਮ, ਸਿੰਪਲ ਵੇਰੀਏਸ਼ਨ, ਠੀਕ ਹੈ। ਤਾਂ ਵੇਰੀਏਸ਼ਨ ਫॉर ਬੋਥ ਟਾਸਕ 1 ਐਂਡ ਟਾਸਕ 2, ਠੀਕ ਹੈ। ਟਾਸਕ 1 ਲਈ ਥੋੜ੍ਹੀਆਂ ਜਿਹੀਆਂ ਡਿਫਰੈਂਟ ਨੇ ਜਿੱਦਾਂ ਕਿ ਅਕੈਡਮਿਕ ਸਟੂਡੈਂਟਸ ਦੇ ਲਈ, ਠੀਕ ਹੈ। ਤਾਂ ਆਪਣੇ ਕੋਲ ਜੋ ਟਾਸਕ 2 ਦੇ ਸੈਂਪਲ ਆਂਸਰ ਪ੍ਰੋਵਾਈਡ ਕੀਤੇ ਜਾਂਦੇ ਨੇ, ਟਾਸਕ 1 ਦੇ ਸੈਂਪਲ ਆਂਸਰ ਦਿੱਤੇ ਜਾਂਦੇ ਨੇ, ਠੀਕ ਹੈ। ਐਂਡ ਵੋਕੈਬ ਪ੍ਰੋਵਾਈਡ ਕੀਤੀ ਜਾਂਦੀ ਹੈ, ਜੋ ਨੋਰਮਲੀ ਜਿਹੜੇ ਆਪਣੇ ਕੋਲ ਐਸੇ ਆਉਂਦੇ ਨੇ, ਠੀਕ ਹੈ, ਉਹਨਾਂ 'ਤੇ ਵੋਕੈਬ ਪ੍ਰੋਵਾਈਡ ਕੀਤੀ ਜਾਂਦੀ ਹੈ। ਟਿਪਸ ਫॉर 7 ਬੈਂਡ, ਕਿ ਤੁਸੀਂ 7 ਬੈਂਡ ਕਿੱਦਾਂ ਅਚੀਵ ਕਰ ਸਕਦੇ ਹੋ ਰਾਈਟਿੰਗ ਦੇ ਵਿੱਚ, ਟਿਪਸ ਐਂਡ ਟ੍ਰਿਕਸ ਦਿੱਤੀਆਂ ਜਾਂਦੀਆਂ ਨੇ। ਰੀਫਰੇਜ਼ ਤੁਸੀਂ ਕਿੱਦਾਂ ਕਰਨੀ ਹੈ, ਰੀਫਰੇਜ਼ ਲਈ ਰੂਲ ਹੁੰਦਾ ਸੈਂਟੈਂਸ ਟੂ ਸੈਂਟੈਂਸ। ਕਾਫੀ ਸਟੂਡੈਂਟਸ ਵਰਡ ਟੂ ਵਰਡ ਕਰਦੇ ਆ, ਸੋ ਆਪਾਂ ਸੈਂਟੈਂਸ ਟੂ ਸੈਂਟੈਂਸ ਕਰਨੀ ਆ। ਕਾਫੀ ਸਟੂਡੈਂਟਸ ਨੂੰ ਕਲੀਅਰ ਵੀ ਹੈ ਕਿ ਸੈਂਟੈਂਸ ਟੂ ਸੈਂਟੈਂਸ ਕਰਨੀ ਆ, ਬਟ ਉਹਨਾਂ ਨੂੰ ਕਰਨੀ ਨਹੀਂ ਆਉਂਦੀ, ਠੀਕ ਹੈ। ਤਾਂ ਉਹ ਵੀ ਇਸ ਬੈਚ ਦੇ ਵਿੱਚ ਕਲੀਅਰ ਕੀਤਾ ਜਾਂਦਾ ਕਿ ਕਿੱਦਾਂ ਤੁਸੀਂ ਇੱਕ ਕੰਪਲੈਕਸ ਐਂਡ ਪੈਸਿਵ ਦੀ ਹੈਲਪ ਦੇ ਨਾਲ ਜਿਹੜੀ ਫੁੱਲ ਰੀਫਰੇਜ਼ ਕਰ ਸਕਦੇ ਹਾਂ ਸੈਂਟੈਂਸ ਟੂ ਸੈਂਟੈਂਸ। ਐਂਡ ਕਨੈਕਟਰਸ ਪ੍ਰੋਵਾਈਡ ਕੀਤੇ ਜਾਂਦੇ ਨੇ ਬੋਥ ਟਾਸਕ 1 ਲਈ ਐਂਡ ਟਾਸਕ 2 ਦੇ ਲਈ। ਫ੍ਰੀ ਮਟੀਰੀਅਲ ਜਿਹੜਾ ਤੁਹਾਨੂੰ ਰਾਈਟਿੰਗ ਦੇ ਰਿਗਾਰਡਿੰਗ ਪ੍ਰੋਵਾਈਡ ਕੀਤਾ ਜਾਂਦਾ ਕਿ ਜੋ ਕਿ ਤੁਹਾਡੇ ਆਈਡੀਆਜ਼ ਇੰਪਰੂਵ ਕਰਨ ਦੇ ਵਿੱਚ ਕਾਫੀ ਹੈਲਪ ਕਰਦਾ, ਕਿਉਂਕਿ ਕਾਫੀ ਸਟੂਡੈਂਟਸ ਨੂੰ ਆਈਡੀਆਜ਼ ਦੇ ਵਿੱਚ ਪ੍ਰੋਬਲਮ ਆਉਂਦੀ ਆ, ਤਾਂ ਆਈਡੀਆਜ਼ ਇੰਪਰੂਵ ਕਰਨ ਦੇ ਵਿੱਚ ਕਾਫੀ ਹੈਲਪ ਕਰੇਗਾ, ਨਾਲ ਦੀ ਨਾਲ ਵਕੈਬ ਬੂਸਟ ਕਰਨ ਦੇ ਵਿੱਚ ਵੀ, ਠੀਕ ਹੈ। ਐਂਡ ਥੀਸੀ ਲਾਈਨ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਕੰਪਲੈਕਸ ਸਟਰਕਚਰ ਦੀਆਂ, ਠੀਕ ਹੈ। ਕੰਪਲੈਕਸ ਸਟਰਕਚਰ ਦੀਆਂ ਥੀਸੀ ਲਾਈਨ ਜੋ ਕਿ ਤੁਸੀਂ ਈਜ਼ੀਲੀ ਹਰ ਇੱਕ ਟਾਸਕ ਦੇ ਵਿੱਚ ਫਿਟ ਕਰ ਸਕਦੇ ਆ। ਅਤੇ ਆਪਣਾ ਨਿਊ ਰਾਈਟਿੰਗ ਬੈਚ ਜਿਹੜਾ 15 ਜੂਨ ਨੂੰ ਸਟਾਰਟ ਹੋਣਾ ਹੈਗਾ, ਠੀਕ ਹੈ। ਅਤੇ ਜੋ ਸਟੂਡੈਂਟਸ ਚਾਹੁੰਦੇ ਨੇ ਐਡਮਿਸ਼ਨ ਲੈਣਾ ਤਾਂ ਜਿਹੜਾ ਗਿਵਨ ਨੰਬਰ 'ਤੇ ਕੰਟੈਕਟ ਕਰ ਸਕਦੇ ਨੇ। ਓਕੇ, ਤਾਂ ਆਪਾਂ ਇਹਦੀ ਵੀਡੀਓ ਸਟਾਰਟ ਕਰਦੇ ਹਾਂ। ਓਕੇ, ਤਾਂ 3 ਜੂਨ ਦੇ ਵਿੱਚ ਆਪਣੇ ਕੋਲ ਸਟੇਟਮੈਂਟ ਦੇਖਣ ਨੂੰ ਮਿਲੀ ਸੀਗੀ, ਚਾਈਲਡ ਕੇਅਰ ਟ੍ਰੇਨਿੰਗ ਕੋਰਸ ਸ਼ੁੱਡ ਬੀ ਮੈਂਡੇਟਰੀ ਫॉर ਆਲ ਪੇਰੈਂਟਸ। ਕਹਿੰਦੇ ਜੋ ਚਾਈਲਡ ਕੇਅਰ ਟ੍ਰੇਨਿੰਗ ਕੋਰਸਿਸ ਨੇ ਉਹ ਮਤਲਬ ਜ਼ਰੂਰੀ ਹੋਣੇ ਚਾਹੀਦੇ ਨੇ, ਮੈਂਡੇਟਰੀ ਹੋਣੇ ਚਾਹੀਦੇ ਨੇ ਹਰ ਇੱਕ ਪੇਰੈਂਟਸ ਦੇ ਲਈ, ਠੀਕ ਹੈ। ਡੂ ਯੂ ਐਗਰੀ ਔਰ ਡਿਸਐਗਰੀ ਵਿਦ ਦਿਸ ਸਟੇਟਮੈਂਟ, ਤੁਸੀਂ ਇਸ ਸਟੇਟਮੈਂਟ ਦੇ ਨਾਲ ਐਗਰੀ ਹੋ ਔਰ ਡਿਸਐਗਰੀ ਹੋ, ਠੀਕ ਹੈ। ਗਿਵ ਯੂਅਰ ਓਨ ਓਪੀਨੀਅਨ, ਆਪਣਾ ਓਪੀਨੀਅਨ ਦੇਣਾ, ਐਂਡ ਇੰਕਲੂਡ ਰੈਲੇਵੈਂਟ ਐਗਜ਼ਾਮਪਲਸ, ਐਂਡ ਐਗਜ਼ਾਮਪਲਸ ਵੀ ਦੇਣੀਆਂ ਨੇ, ਠੀਕ ਹੈ। ਤਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਐਟਲੀਸਟ ਇੱਕ ਐਗਜ਼ਾਮਪਲ ਜ਼ਰੂਰ ਆਪਣੇ ਐਸੇ ਦੇ ਵਿੱਚ ਐਡ ਕਰਿਆ ਕਰੋ, ਠੀਕ ਹੈ। ਐਗਜ਼ਾਮਪਲ ਪ੍ਰੂਵ ਕਰਦੀ ਹੈ ਕਿ ਜੋ ਤੁਸੀਂ ਆਈਡੀਆਜ਼ ਦਿੱਤੇ ਆ ਰੈਲੇਵੈਂਟ ਨੇ, ਠੀਕ ਹੈ। ਐਟਲੀਸਟ 1 ਐਗਜ਼ਾਮਪਲ ਐਡ ਕਰਿਆ ਕਰੋ। ਤੁਸੀਂ ਸਰਵੇ ਐਡ ਕਰ ਸਕਦੇ ਹੋ, ਪ੍ਰੈਡਿਕਸ਼ਨ ਐਡ ਕਰ ਸਕਦੇ ਹੋ, ਠੀਕ ਹੈ, ਸਟੱਡੀ ਐਡ ਕਰ ਸਕਦੇ ਹੋ, ਬਟ ਕੀ ਆ ਪਰਸਨਲ ਐਗਜ਼ਾਮਪਲ ਨਹੀਂ ਹੋਣੀ ਚਾਹੀਦੀ, ਠੀਕ ਹੈ। ਉੱਦਾਂ ਤੁਸੀਂ ਕੋਈ ਵੀ ਐਗਜ਼ਾਮਪਲ ਐਡ ਕਰ ਸਕਦੇ ਹੋ। ਤਾਂ ਫਸਟ ਆਫ ਆਲ ਕੀ ਆ, ਜਦੋਂ ਵੀ ਤੁਸੀਂ ਸਟੇਟਮੈਂਟ ਮਿਲਦੀ ਹੈ ਤਾਂ ਆਪਣੀ ਆ ਜਾਂਦੀ ਹੈ ਇੰਟਰੋ, ਠੀਕ ਹੈ। ਇੰਟਰੋ ਤੋਂ ਸਟਾਰਟ ਕਰਨਾ ਹੁੰਦਾ ਆਪਾਂ, ਤਾਂ ਕਾਫੀ ਸਟੂਡੈਂਟਸ ਜਨਰਲ ਲਾਈਨ ਜਿਹੜੀ ਐਡ ਕਰਦੇ ਨੇ, ਠੀਕ ਹੈ। ਆਪਸ਼ਨਲ ਹੁੰਦੀ ਹੈ, ਤੁਸੀਂ ਸਕਿਪ ਵੀ ਕਰ ਸਕਦੇ ਆ, ਬਟ ਅਗਰ ਮੈਂ ਸੁਜੈਸਟ ਕਰਾਂ ਤਾਂ ਜੋ ਤੁਸੀਂ ਜਨਰਲ ਲਾਈਨ ਆ ਤਾਂ ਉਸਨੂੰ ਤੁਸੀਂ ਨਾ ਐਡ ਕਰਿਆ ਕਰੋ, ਕਿਉਂਕਿ ਸਮ ਟਾਈਮ ਉਹ ਤੁਸੀਂ ਇੱਦਾਂ ਹੁੰਦਾ ਗਾ ਕਿ ਤੁਸੀਂ ਕਿਤੇ ਨਾ ਕਿਤੇ ਉਹਨੂੰ ਹੋਰ ਤਰੀਕੇ ਨਾਲ ਲਿਖਦੇ ਨੇ ਜੋ ਤੁਹਾਡੇ ਟਾਸਕ ਦੇ ਨਾਲ ਨਹੀਂ ਰੈਲੇਵੈਂਟ ਹੁੰਦੀ, ਠੀਕ ਹੈ। ਤਾਂ ਉਹ ਚੀਜ਼ ਕੀ ਹੈ, ਤੁਹਾਡਾ ਟਾਸਕ ਰਿਸਪੌਂਸ ਜਿਹੜਾ ਕਿ ਵੀਕ ਕਰ ਦਿੰਦੀ ਆ। ਫੋਰ ਐਗਜ਼ਾਮਪਲ ਜਿੱਦਾਂ ਅੱਜ ਆਪਣੇ ਕੋਲ ਹੈਗਾ ਚਾਈਲਡ ਕੇਅਰ 'ਤੇ ਆ, ਠੀਕ ਹੈ, ਚਾਈਲਡ ਕੇਅਰ 'ਤੇ, ਔਰ ਜਨਰਲ ਲਾਈਨ ਤੁਸੀਂ ਪੇਰੈਂਟਸ 'ਤੇ ਪਾ ਦਿਓ, ਠੀਕ ਹੈ। ਤਾਂ ਉਹ ਕਈ ਵਾਰੀ ਨਹੀਂ ਪਤਾ ਚੱਲਦਾ ਆਪਾਂ ਨੂੰ, ਜੋ ਕੋਈ ਵਰਡਸ ਹੁੰਦੇ ਨੇ ਆਪਾਂ ਜੋ ਜਿਸ 'ਤੇ ਟਾਸਕ ਹੁੰਦਾ ਉਸ 'ਤੇ ਜਨਰਲ ਲਾਈਨ ਨਹੀਂ ਪਾਉਂਦੀ ਤਾਂ ਐਡ ਕੋਈ ਹੋਰ ਕਰ ਦਿੰਦੇ ਆ, ਠੀਕ ਹੈ। ਤਾਂ ਉਹ ਤੁਹਾਡਾ ਟਾਸਕ ਰਿਸਪੌਂਸ ਨੂੰ ਇਫੈਕਟ ਕਰਦੀ ਆ, ਸੋ ਤੁਸੀਂ ਸਕਿਪ ਕਰ ਸਕਦੇ ਹੋ, ਠੀਕ ਹੈ, ਜਨਰਲ ਲਾਈਨ। ਓਕੇ, ਉਸ ਤੋਂ ਅੱਗੇ ਆਪਣੇ ਕੋਲ ਰੀਫਰੇਜ਼ ਆ ਜਾਂਦੀ ਹੈ। ਤਾਂ ਰੀਫਰੇਜ਼ ਦੇ ਲਈ ਹਮੇਸ਼ਾ ਇੱਕ ਰੂਲ ਹੈ ਸੈਂਟੈਂਸ ਟੂ ਸੈਂਟੈਂਸ, ਠੀਕ ਹੈ। ਜੋ ਵਰਡ ਟੂ ਵਰਡ ਕਰਦੇ ਆ, ਜਿੱਦਾਂ ਚਾਈਲਡ ਕੇਅਰ ਨੂੰ ਨੀਚੇ ਉਤਾਰਿਆ, ਟ੍ਰੇਨਿੰਗ ਨੂੰ ਨੀਚੇ ਉਤਾਰਿਆ, ਠੀਕ ਹੈ, ਉਹ ਜਿਹੜਾ ਤੁਸੀਂ ਮੈਥਡ ਉਹਨੂੰ ਛੱਡ ਦਿਓ ਅਗਰ ਤੁਸੀਂ ਹੁਣ ਵੀ ਉਹ ਯੂਜ਼ ਕਰ ਰਹੇ ਹੋ, ਠੀਕ ਹੈ। ਤਾਂ ਤੁਸੀਂ ਜੋ ਕਾਫੀ ਸਟੂਡੈਂਟਸ ਮਤਲਬ ਕਿ ਇਸ ਚੈਨਲ ਨੂੰ ਫੋਲੋ ਕਰ ਰਹੇ ਹੈਗੇ ਉਹਨਾਂ ਨੂੰ ਤਾਂ ਕਲੀਅਰ ਹੈ ਕਿ ਕਿਉਂ ਆਪਾਂ ਨੂੰ ਵਰਡ ਟੂ ਵਰਡ ਨਹੀਂ ਕਰਨੀ ਚਾਹੀਦੀ, ਠੀਕ ਹੈ। ਤਾਂ ਸੈਂਟੈਂਸ ਟੂ ਸੈਂਟੈਂਸ ਹੀ ਰੀਫਰੇਜ਼ ਰੱਖੋ ਹਮੇਸ਼ਾ ਆਪਣੀ। ਤਾਂ ਆਪਾਂ ਸਟਾਰਟ ਕਰਦੇ ਹਾਂ, ਐਟਲੀਸਟ ਇੱਕ ਪੈਸਿਵ ਐਡ ਕਰ ਦਿਓ, ਇੱਕ ਕੰਪਲੈਕਸ ਸੈਂਟੈਂਸ ਐਡ ਕਰ ਦਿਓ, ਠੀਕ ਹੈ। ਤਾਂ ਇਨਫ ਹੈ ਤੁਹਾਡੀ ਜਿਹੜੀ ਰੀਫਰੇਜ਼। ਔਰ ਥੀਸੀ ਲਾਈਨ 'ਚ ਤੁਸੀਂ ਕੁਐਸਚਨ ਫਾਰਮ ਐਡ ਕਰ ਸਕਦੇ ਹਾਂ, ਜਿੰਨੀਆਂ ਵੇਰੀਏਸ਼ਨ ਐਡ ਕਰੋਗੇ ਉਨਾ ਹੀ ਵਧੀਆ ਤੁਹਾਡੇ ਸਕੋਰ ਆਉਣਗੇ। ਓਕੇ, ਤਾਂ ਆਪਾਂ ਸਟਾਰਟ ਕਰਦੇ ਹਾਂ। ਇਟ ਇਜ਼ ਕੰਸੀਡਰ ਦੈਟ, ਕਿ ਕੰਸੀਡਰ ਕੀਤਾ ਜਾਂਦਾ ਹੈ, ਮੰਨਿਆ ਜਾਂਦਾ ਹੈ ਕਿ ਪੇਰੈਂਟਸ ਸ਼ੁੱਡ ਅਟੈਂਡ, ਪੇਰੈਂਟਸ ਨੂੰ ਅਟੈਂਡ ਕਰਨੇ ਚਾਹੀਦੇ ਨੇ ਟ੍ਰੇਨਿੰਗ ਕੋਰਸ ਇਨ ਔਰਡਰ ਟੂ ਰੇਜ਼ ਦੇਅਰ ਚਿਲਡਰਨ ਇਨ ਅ ਬੈਟਰ ਵੇ, ਠੀਕ ਹੈ। ਇਨ ਔਰਡਰ ਟੂ ਕੰਪਲੈਕਸ ਸੈਂਟੈਂਸ ਹੈ, ਰੇਜ਼ ਦਾ ਮਤਲਬ ਹੁੰਦਾ ਹੈ
ਜਿੱਦਾਂ ਆਪਾਂ ਕਹਿ ਦਿੰਦੇ ਹਾਂ ਪਾਲਣਾ, ਠੀਕ ਹੈ ਪੰਜਾਬੀ ਵਿੱਚ। ਰੇਜ਼ ਦੇਅਰ ਚਿਲਡਰਨ ਇਨ ਅ ਬੈਟਰ ਵੇ, ਇੱਕ ਵਧੀਆ ਵੇ ਦੇ ਨਾਲ ਕੀ ਹੈ ਜਿਹੜਾ ਕਰਨਾ, ਕਰਨ ਦੇ ਲਈ ਉਹਨਾਂ ਨੂੰ ਕੀ ਆ ਟ੍ਰੇਨਿੰਗ ਕੋਰਸ ਅਟੈਂਡ ਕਰਨੇ ਚਾਹੀਦੇ ਆ ਪੇਰੈਂਟਸ ਨੂੰ, ਠੀਕ ਹੈ। ਆਈ ਗਿਵ ਸਮ ਰੀਜ਼ਨਸ, ਕਿ ਮੈਂ ਰੀਜ਼ਨਸ ਦੇਣੇ ਹੈਗੇ ਆ ਵਾਈ ਆਈ ਕੰਪਲੀਟਲੀ ਐਗਰੀ ਵਿਦ ਦਿਸ ਸੈਡ ਨੋਸ਼ਨ, ਕਿ ਤੁਸੀਂ ਇਸ ਸੈਡ ਨੋਸ਼ਨ ਦੇ ਨਾਲ ਐਗਰੀ ਹੋ ਜਾਂ ਡਿਸਐਗਰੀ ਹੋ, ਤੁਸੀਂ ਉਹ ਕਲੀਅਰ ਕਰਨਾ। ਤਾਂ ਆਪਾਂ ਦੱਸ ਦਿੱਤਾ ਕਿ ਮੈਂ ਐਗਰੀ ਹਾਂ, ਮੈਨੂੰ ਲੱਗਦਾ ਯੈਸ ਕਿ ਇੰਪੋਰਟੈਂਟ ਹੈ, ਮੈਂਡੇਟਰੀ ਹੋਣਾ ਚਾਹੀਦਾ ਕਿ ਪੇਰੈਂਟਸ ਨੂੰ ਜਿਹੜੇ ਜੁਆਇਨ ਕਰ ਲੈਣੇ ਚਾਹੀਦੇ ਆ, ਠੀਕ ਹੈ ਟ੍ਰੇਨਿੰਗ ਕੋਰਸ। ਓਕੇ, ਤਾਂ ਜਿਹੜਾ ਆਪਣਾ ਓਨ ਓਪੀਨੀਅਨ ਆ ਤੁਸੀਂ ਤੀਸਰੀ ਲਾਈਨ 'ਚ ਦੇ ਸਕਦੇ ਆ, ਕਨਕਲੂਜਨ ਦੇ ਵਿੱਚ ਵੀ ਦੇ ਸਕਦੇ ਆ, ਠੀਕ ਹੈ। ਓਕੇ, ਹੁਣ ਫਸਟ ਬੀਪੀ ਸਟਾਰਟ ਕਰਦੇ ਹਾਂ। ਫਸਟ ਰੀਜ਼ਨ ਦਊਂਗੀ ਕਿ ਤੁਸੀਂ ਕਿਉਂ ਐਗਰੀ ਹੋ, ਠੀਕ ਹੈ। ਐਂਡ ਸੈਕਿੰਡ ਬੀਪੀ ਦੇ ਵਿੱਚ ਵੀ ਤੁਸੀਂ ਦਓਗੇ। ਇਸ ਦੇ ਵਿੱਚ ਤੁਸੀਂ ਇੱਕ ਪੁਆਇੰਟ ਵੀ ਬੀਪੀ ਦੇ ਵਿੱਚ ਐਡ ਕਰ ਸਕਦੇ ਹੋ, 2 ਪੁਆਇੰਟ ਵੀ ਐਡ ਕਰ ਸਕਦੇ ਹੋ, ਜਾਂ ਫਿਰ ਇੱਕ ਬੀਪੀ ਦੇ ਵਿੱਚ 1 ਪੁਆਇੰਟ ਔਰ ਇੱਕ ਬੀਪੀ ਦੇ ਵਿੱਚ 2 ਪੁਆਇੰਟ ਵੀ ਐਡ ਕਰ ਸਕਦੇ ਆ। ਬਿਕੋਜ਼ ਤੁਸੀਂ ਕੰਪਲੀਟਲੀ ਜਾਣਾ ਹੁੰਦਾ, ਇਹਦੇ ਵਿੱਚ ਪਾਰਸ਼ਲੀ ਨਹੀਂ ਜਾ ਸਕਦੇ, ਅਪ ਟੂ ਲਾਰਜ ਐਕਸਟੈਂਡ ਤੱਕ ਨਹੀਂ ਜਾ ਸਕਦੇ, ਉਹ ਐਕਸਟੈਂਡ ਵਾਲਾ ਐਸੇ ਹੁੰਦਾ, ਠੀਕ ਹੈ। ਅੱਜ ਸਿੰਪਲੀ ਕੁਐਸਚਨ ਸੀ ਐਗਰੀ ਔਰ ਡਿਸਐਗਰੀ, ਸੋ ਦੈਟ ਮੀਨ ਤੁਸੀਂ ਇੱਕ ਸਾਈਡ ਜਾਣਾ ਹੈ, ਜਾਂ ਤਾਂ ਐਗਰੀ ਜਾਓ ਚਾਹੇ ਡਿਸਐਗਰੀ ਜਾਓ, ਠੀਕ ਹੈ, ਕਿਉਂਕਿ ਔਰ ਹੈ ਐਂਡ ਨਹੀਂ ਹੈਗਾ ਵਿੱਚ, ਠੀਕ ਹੈ। ਔਰ ਮੀਨਸ ਤੁਸੀਂ ਇੱਕ ਸਾਈਡ ਜਾਣਾ ਹੈ ਆਪਸ਼ਨ, ਠੀਕ ਹੈ। ਤਾਂ ਅਗਰ ਐਂਡ ਹੁੰਦਾ ਜਿੱਦਾਂ ਐਡਵਾਂਟੇਜਸ ਐਂਡ ਡਿਸਐਡਵਾਂਟੇਜ ਹੁੰਦਾ ਤਾਂ ਉਹਦੇ ਵਿੱਚ ਤੁਸੀਂ ਦੋਨੋਂ ਸਾਈਡ ਜਾ ਸਕਦੇ ਆ। ਓਕੇ, ਤਾਂ ਆਪਾਂ ਜੋ ਸਿਨੋਨਿਮ ਆਉਂਦੇ ਸੀ ਲਿਖ ਦਿੱਤੇ, ਜਿਸ ਦੇ ਨਹੀਂ ਆਉਂਦੇ ਸੀ ਸੇਮ ਵਰਡ ਲਿਖ ਦਿੱਤਾ, ਠੀਕ ਹੈ। ਬਟ ਆਪਾਂ ਸੈਂਟੈਂਸ ਚੇਂਜ ਕਰ ਦਿੱਤਾ, ਸਿੰਪਲ ਸੈਂਟੈਂਸ 'ਚ ਸੀਗੀ ਆਪਾਂ ਪੈਸਿਵ ਐਂਡ ਕੰਪਲੈਕਸ ਐਡ ਕਰ ਦਿੱਤਾ, ਐਂਡ ਤੀਸਰੀ ਲਾਈਨ ਜੋ ਦਿੱਤੀ ਹੈਗੀ ਆਪਾਂ ਉਹ ਕੁਐਸਚਨ ਫਾਰਮ 'ਚ ਦਿੱਤੀ ਹੈ। ਓਕੇ ਓਕੇ, ਤਾਂ BP 1 ਸਟਾਰਟ ਕਰਦੇ ਹਾਂ ਆਪਾਂ। ਟੂ ਬਿਗਿਨ ਵਿਦ ਸਟਾਰਟ ਕਰਨ ਲੱਗੇ ਹਾਂ, ਸਟਾਰਟਿੰਗ ਦੇ ਵਿੱਚ ਪਹਿਲਾ ਰੀਜ਼ਨ ਦੇਵਾਂਗੇ, ਠੀਕ ਹੈ। ਟੂ ਬਿਗਿਨ ਵਿਦ ਦੇਰ ਆਰ ਵੇਰੀਅਸ ਰੀਜ਼ਨਸ ਟੂ ਪ੍ਰੋਵਾਈਡ ਟ੍ਰੇਨਿੰਗ ਟੂ ਦਾ ਪੇਰੈਂਟਸ, ਕਹਿੰਦੇ ਕਾਫੀ ਰੀਜ਼ਨਸ ਨੇ ਪੇਰੈਂਟਸ ਨੂੰ ਟ੍ਰੇਨਿੰਗ ਕਿਉਂ ਪ੍ਰੋਵਾਈਡ ਕਰਨੀ ਚਾਹੀਦੀ ਹੈ, ਠੀਕ ਹੈ। ਬੇਸਿਕ ਲਾਈਨ ਆ, ਠੀਕ ਹੈ, ਮਤਲਬ ਕਲੀਅਰ ਹੋ ਗਿਆ, ਤੁਸੀਂ ਰੀਜ਼ਨ ਦੇਣ ਜਾ ਰਹੇ ਹੈਗੇ ਆ ਐਗਰੀ ਵਾਲੀ ਸਾਈਡ ਦੇ ਵਿੱਚ, ਠੀਕ ਹੈ। ਫਸਟ ਐਂਡ ਫੋਰਮੋਸਟ, ਤਾਂ ਪਹਿਲਾਂ ਕੀ ਆ, ਇਸ ਦੇ ਕੈਨ ਲਰਨ ਹਾਊ ਦੇ ਕੈਨ ਮੈਨੇਜ ਨਿਊ ਰਿਸਪੋਂਸੀਬਿਲਿਟੀ ਆਫ ਅ ਚਾਈਲਡ ਇਨ ਦੇਅਰ ਲਾਈਫ, ਮਤਲਬ ਚਾਈਲਡ ਦੈਟ ਮੀਨਸ ਅ ਨਿਊ ਰਿਸਪੋਂਸੀਬਿਲਿਟੀ, ਠੀਕ ਹੈ। ਤਾਂ ਉਹ ਕਿੱਦਾਂ ਉਸਨੂੰ ਮੈਨੇਜ ਕਰ ਸਕਦੇ ਹੈਗੇ ਆ, ਤਾਂ ਉਹ ਟ੍ਰੇਨਿੰਗ ਕੋਰਸ ਦੀ ਹੈਲਪ ਦੇ ਨਾਲ ਇਹ ਚੀਜ਼ ਸਿੱਖ ਸਕਦੇ ਆ, ਠੀਕ ਹੈ। ਆਪਾਂ ਇਹ ਦੱਸਦਾ ਟੂ ਐਕਸਪਲੇਨ ਇਟ, ਹੁਣ ਇਸ ਨੂੰ ਸਪੋਰਟ ਕਰੋਗੇ, ਸਪੋਰਟ ਆਈਡੀਆ ਦੇਣਾ, ਠੀਕ ਹੈ। ਕਾਫੀ ਸਟੂਡੈਂਟ ਸਪੋਰਟ ਆਈਡੀਆ ਵੀ ਕਹਿੰਦੇ ਨੇ ਇਹਨੂੰ, ਤਾਂ ਲੈਬੋਰੇਸ਼ਨ ਕਰਨੀ ਉਹ ਸਪੋਰਟ ਕਰਨਾ ਹੁੰਦਾ, ਜੋ ਤੁਸੀਂ ਟਾਸਕ ਸਟੇਟਮੈਂਟ ਦੇਣੀ ਹੈ। ਵਿਦ ਦਾ ਹੈਲਪ ਆਫ ਚਾਈਲਡ ਕੇਅਰ ਟ੍ਰੇਨਿੰਗ ਦੀ ਹੈਲਪ ਦੇ ਨਾਲ ਪੇਰੈਂਟਸ ਕੈਨ ਲਰਨ ਟਾਈਮ ਮੈਨੇਜਮੈਂਟ ਐਂਡ ਸਟੇ ਕਾਮ ਵਿਦ ਦ ਨਿਊ ਰਿਸਪੋਂਸੀਬਿਲਿਟੀ ਆਫ ਦਾ ਚਾਈਲਡ, ਠੀਕ ਹੈ। ਕਹਿੰਦੇ ਕਿ ਪੇਰੈਂਟਸ ਟ੍ਰੇਨਿੰਗ ਕੋਰਸ ਦੀ ਹੈਲਪ ਦੇ ਨਾਲ ਇੱਕ ਤਾਂ ਟਾਈਮ ਮੈਨੇਜ ਕਰਨਾ ਸਿੱਖ ਜਾਣਗੇ, ਕਿਉਂਕਿ ਉਹਨਾਂ ਕੋਲ ਨਿਊ ਰਿਸਪੋਂਸੀਬਿਲਿਟੀ ਆ ਰਹੀ ਹੈ, ਠੀਕ ਹੈ। ਸੋ ਉਹ ਚੀਜ਼ ਕੀ ਹੈ, ਉਹਨਾਂ ਨੂੰ ਟਾਈਮ ਵੀ ਮੈਨੇਜ ਕਰਨਾ ਪਊਗਾ, ਠੀਕ ਹੈ, ਆਪਣੇ ਚਾਈਲਡ ਦੇ ਲਈ, ਠੀਕ ਹੈ। ਅਤੇ ਨਾਲ ਦੀ ਨਾਲ ਕੀ ਹੈਗਾ, ਕਾਮ ਵੀ ਰਹਿਣਾ ਪਊਗਾ, ਸ਼ਾਂਤ ਰਹਿਣਾ ਪਊਗਾ ਆਪਣੀ ਨਿਊ ਰਿਸਪੋਂਸੀਬਿਲਿਟੀ ਦੇ ਲਈ, ਠੀਕ ਹੈ। ਤਾਂ ਉਹ ਚੀਜ਼ ਆਪਾਂ ਕਹਿ ਰਹੇ ਹਾਂ। ਫੋਰ ਐਗਜ਼ਾਮਪਲ, ਠੀਕ ਹੈ, ਐਗਜ਼ਾਮਪਲ ਹੈ 30% ਪੇਰੈਂਟਸ ਇਨ ਇੰਡੀਆ ਦੇ ਵਿੱਚ 30% ਪੇਰੈਂਟਸ ਆ ਟੇਕ ਚਾਈਲਡ ਕੇਅਰ ਕਲਾਸਿਸ, ਲੈ ਰਹੇ ਨੇ ਚਾਈਲਡ ਕੇਅਰ ਕਲਾਸਿਸ ਟੂ ਬੈਲੈਂਸ ਦੇਅਰ ਲਾਈਫ ਫॉर ਨਿਊ ਰਿਸਪੋਂਸੀਬਿਲਿਟੀ, ਆਪਣੀ ਲਾਈਫ ਨੂੰ ਬੈਲੈਂਸ ਕਰਨ ਲਈ, ਠੀਕ ਹੈ। ਆਪਣੀ ਲਾਈਫ ਬੈਲੈਂਸ ਕਰ ਰਹੇ ਆ ਨਿਊ ਰਿਸਪੋਂਸੀਬਿਲਿਟੀਜ਼ ਲਈ 30% ਪੇਰੈਂਟਸ ਬਾਈ ਚਾਈਲਡ ਕੇਅਰ ਟ੍ਰੇਨਿੰਗ, ਠੀਕ ਹੈ। ਐਜ਼ ਅ ਰਿਜ਼ਲਟ, ਇਸ ਦਾ ਰਿਜ਼ਲਟ ਕੀ ਨਿਕਲਦਾ, ਜਿਹੜਾ ਕਾਮ ਮਾਈਂਡ ਆਫ ਪੇਰੈਂਟਸ ਹੈਲਪਸ ਟੂ ਨਰਚਰ ਦਾ ਇਮੋਸ਼ਨਲ ਵੈਲਬੀਂਗ ਆਫ ਦਾ ਚਾਈਲਡ, ਠੀਕ ਹੈ। ਤਾਂ ਉਹ ਜਿਹੜੇ ਇਮੋਸ਼ਨਸ ਆਪਣੇ ਨਰਚਰ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ ਕਾਮ ਮਾਈਂਡ ਆਫ ਪੇਰੈਂਟਸ, ਠੀਕ ਹੈ। ਤਾਂ ਇਹ ਆਪਣਾ ਫਸਟ ਰੀਜ਼ਨ ਹੈ, ਠੀਕ ਹੈ। ਫੌਂਟ ਛੋਟਾ ਹੈ, ਲੈਂਥ ਠੀਕ ਹੈ, ਕੰਪਲੀਟ ਹੋਏਗੀ ਅਸੀਂ ਦੀ। ਓਕੇ, ਹੁਣ ਤੁਸੀਂ ਇੱਕ ਨੈਕਸਟ ਰੀਜ਼ਨ ਹੋਰ ਦੇਣਾ ਹੈਗਾ, ਐਂਡ ਕਿੱਦਾਂ ਤੁਸੀਂ ਸੈਕਿੰਡ ਆਈਡੀਆ ਐਡ ਕਰ ਸਕਦੇ ਆ, ਅੱਜ ਮੈਂ ਉਹ ਵੀ ਦੱਸੂ, ਕਿਉਂਕਿ ਕਾਫੀ ਸਟੂਡੈਂਟਸ ਦੇ ਮੈਨੂੰ ਕਮੈਂਟਸ ਆ ਰਹੇ ਸੀ ਕਿ ਆਪਾਂ ਅਗਰ 2 ਆਈਡੀਆ ਐਡ ਕਰਨੇ ਤਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਠੀਕ ਹੈ। ਤਾਂ ਉਹ ਵੀ ਆਪਾਂ ਗੱਲ ਕਰਾਂਗੇ। ਇਹ BP 1 ਦੇ ਵਿੱਚ ਤੁਸੀਂ ਫਸਟ ਰੀਜ਼ਨ ਦੱਸ ਦਿੱਤਾ, ਠੀਕ ਹੈ। ਇਸ ਦੇ ਵਿੱਚ ਆਪਾਂ ਐਗਜ਼ਾਮਪਲ ਐਡ ਕਰ ਦਿੱਤੀ ਹੈਗੀ ਆ, ਔਰ BP 2 ਦੇ ਵਿੱਚ ਅਗਰ ਤੁਸੀਂ 2 ਆਈਡੀਆਜ਼ ਐਡ ਕਰਨੇ ਹੈਗੇ ਆ, ਫਿਰ ਤੁਸੀਂ ਐਗਜ਼ਾਮਪਲ ਮਿਸ ਵੀ ਕਰ ਸਕਦੇ ਹੋ, ਠੀਕ ਹੈ। ਬਟ ਇਹੀ ਚੀਜ਼ ਦਾ ਧਿਆਨ ਰੱਖਣਾ ਹੁੰਦਾ ਆਪਣਾ ਕਿ ਐਸੇ ਜਿਹੜਾ ਓਵਰ ਲੈਂਥ ਹੀ ਨਾ ਹੋਵੇ, ਠੀਕ ਹੈ। ਹਰ ਇੱਕ ਵਰਡ ਜਿਹੜਾ ਕਾਊਂਟ ਕੀਤਾ ਜਾਂਦਾ ਹੈ, ਠੀਕ ਹੈ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਹੈ। Okay, shifting towards another important reason why I think child care training is beneficial for parents, ਕਹਿ ਰਹੇ ਨੇ ਕਿ ਇੱਕ ਹੁਣ ਹੋਰ ਰੀਜ਼ਨ ਵੱਲ ਜਾਣਾ ਹੈਗਾ, ਇੰਪੋਰਟੈਂਟ ਰੀਜ਼ਨ ਵੱਲ, ਕਿ ਕਿਉਂ ਮੈਨੂੰ ਇਹ ਲੱਗਦਾ ਹੈਗਾ, ਮੈਂ ਕਿਉਂ ਸੋਚਦੀ ਹਾਂ ਕਿ ਜਿਹੜੀ ਟ੍ਰੇਨਿੰਗ ਹੈਗੀ ਹੈ ਚਾਈਲਡ ਕੇਅਰ ਟ੍ਰੇਨਿੰਗ ਉਹ ਬੈਨੀਫਿਸ਼ੀਅਲ ਹੈ ਫॉर ਪੇਰੈਂਟਸ, ਠੀਕ ਹੈ। ਤਾਂ ਉਹ ਆਪਾਂ ਦੱਸਾਂਗੇ ਕਿਉਂ ਹੈ। ਚਾਈਲਡ ਕੇਅਰ ਵਰਕਸ਼ਾਪਸ ਪਲੇਜ਼ ਇੰਪੋਰਟੈਂਟ ਰੋਲ ਟੂ ਕੀਪ ਚਾਈਲਡ ਹੈਲਥੀ ਇਨ ਦੇਅਰ ਇੰਟਾਇਰ ਲਾਈਫ, ਕਹਿੰਦੇ ਜੋ ਚਾਈਲਡ ਕੇਅਰ ਵਰਕਸ਼ਾਪਸ ਹੈ, ਠੀਕ ਹੈ, ਟ੍ਰੇਨਿੰਗ ਨੂੰ ਵੀ ਵਰਕਸ਼ਾਪ ਕਿਹਾ ਹੈ, ਠੀਕ ਹੈ, ਜੋ ਪਲੇਜ਼ ਆ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਕਾਹਦੇ ਲਈ, ਕੀਪ ਚਾਈਲਡ ਹੈਲਥੀ, ਬੱਚੇ ਨੂੰ ਹੈਲਥੀ ਰੱਖਣ ਦੇ ਵਿੱਚ, ਠੀਕ ਹੈ, ਇਨ ਦੇਅਰ ਇੰਟਾਇਰ ਲਾਈਫ, ਆਪਣੀ ਸਾਰੀ ਲਾਈਫ ਦੇ ਵਿੱਚ। ਕਿੱਦਾਂ ਉਹ ਆਪਾਂ ਇਲੈਬੋਰੇਸ਼ਨ 'ਚ ਗੱਲ ਕਰਾਂਗੇ। ਟੂ ਇਲੂਸਟ੍ਰੇਟ ਇਟ, ਦ ਫਸਟ ਫਿਊ ਮੰਥਸ ਆਫਟਰ ਬਰਥ, ਕਹਿੰਦੇ ਕੁਛ ਪਹਿਲੇ ਜਿਹੜੇ ਮਹੀਨੇ ਹੁੰਦੇ ਨੇ, ਠੀਕ ਹੈ, ਬਰਥ ਤੋਂ ਬਾਅਦ, ਠੀਕ ਹੈ, ਆਰ ਰੀਅਲੀ ਅ ਕਰੂਸ਼ੀਅਲ ਪੀਰੀਅਡ ਆਫ ਆ ਚਾਈਲਡ ਲਾਈਫ,
ਚਾਈਲਡ ਦੀ ਲਾਈਫ ਦਾ ਇੱਕ ਕ੍ਰੂਸ਼ੀਅਲ ਪੀਰੀਅਡ ਹੁੰਦਾ ਹੈ, ਠੀਕ ਹੈ। ਪੇਰੈਂਟਸ ਸ਼ੁੱਡ obtain different information related to their child vaccinations, common health issues and so on, ਠੀਕ ਹੈ। ਕਹਿੰਦੇ ਜਿਹੜੇ ਪਹਿਲਾ ਪੀਰੀਅਡ ਹੁੰਦਾ, ਠੀਕ ਹੈ, ਕੁਛ ਕੁ ਮੰਥ ਹੁੰਦੇ ਨੇ ਬਰਥ ਤੋਂ ਬਾਅਦ, ਉਹ ਬਹੁਤ ਇੰਪੋਰਟੈਂਟ ਹੁੰਦੇ ਨੇ, ਠੀਕ ਹੈ। ਇੰਟਾਇਰ ਲਾਈਫ ਅਗਰ ਉਸ ਦੇ ਵਿੱਚ ਆਪਣੀ ਕੇਅਰ ਵਧੀਆ ਹੋ ਜਾਏ ਤਾਂ ਇੰਟਾਇਰ ਲਾਈਫ ਕੀ ਆ, ਬੱਚਾ ਹੈਲਥੀ ਰਹਿੰਦਾ ਹੈ, ਠੀਕ ਹੈ। ਉਹ ਚੀਜ਼ ਆਪਾਂ ਦੱਸ ਰਹੇ ਹਾਂ ਕਿ ਉਸ ਟਾਈਮ ਕਾਫੀ ਵੈਕਸੀਨੇਸ਼ਨਸ ਹੁੰਦੀਆਂ ਨੇ, ਠੀਕ ਹੈ, ਹੈਲਥ ਇਸ਼ੂਜ਼ ਹੁੰਦੇ ਨੇ ਕਾਮਨ, ਜਿਨ੍ਹਾਂ ਤੋਂ ਆਪਾਂ ਬਚਾਅ ਕਰਨਾ ਹੁੰਦਾ ਬੱਚੇ ਦਾ, ਠੀਕ ਹੈ। ਉਹ ਚੀਜ਼ ਆਪਾਂ ਕਹਿ ਰਹੇ ਹਾਂ ਕਿ ਉਹ ਚੀਜ਼ ਉਹਨਾਂ ਨੂੰ ਕਿੱਥੋਂ ਮਿਲੇਗੀ, ਟ੍ਰੇਨਿੰਗ ਤੋਂ ਮਿਲੇਗੀ, ਅਗਰ ਉਹਨਾਂ ਕੋਲ ਟ੍ਰੇਨਿੰਗ ਹੈਗੀ ਹੈ, ਠੀਕ ਹੈ। ਵਿਚ ਕੈਨ ਬੀ ਡਿਲੀਵਰ ਥਰੂ ਸੱਚ ਟ੍ਰੇਨਿੰਗ ਕੋਰਸ, ਜਿਹੜੀ ਕਿ ਇੱਦਾਂ ਦੇ ਟ੍ਰੇਨਿੰਗ ਕੋਰਸ ਤੋਂ ਜਿਹੜੀ ਉਹਨਾਂ ਨੂੰ ਮਿਲ ਸਕਦੀ ਹੈ, ਠੀਕ ਹੈ। ਹੈਂਸ ਪੀਪਲ ਕੈਨ, ਤਾਂ ਰਿਜ਼ਲਟ ਕੀ ਨਿਕਲਦਾ ਹੈਗਾ ਉਹ ਦੇਖਦੇ ਹਾਂ। ਪੀਪਲ ਕੈਨ ਰੇਜ਼ ਦੇਅਰ ਚਾਈਲਡ ਇਨ ਅ ਹੈਲਥੀ ਵੇ, ਤਾਂ ਉਹ ਆਪਣੇ ਬੱਚੇ ਨੂੰ ਕੀ ਆ, ਹੈਲਥੀ ਵੇ ਦੇ ਵਿੱਚ ਰੇਜ਼ ਕਰ ਸਕਦੇ ਆ, ਠੀਕ ਹੈ। ਅਪਾਰਟ ਫਰੋਮ ਦਿਸ, ਹੁਣ ਤੁਸੀਂ ਇੱਥੇ ਅਪਾਰਟ ਫਰੋਮ ਦਿਸ ਲਾ ਕੇ ਇੱਕ ਸੈਕਿੰਡ ਆਈਡੀਆ ਐਡ ਕਰ ਸਕਦੇ ਹੋ ਔਰ ਉਸਨੂੰ ਲੈਬੋਰੇਟ ਇਸ ਤਰੀਕੇ ਨਾਲ ਕਰਨਾ ਕਿ ਐਸੇ ਜਿਹੜਾ ਓਵਰ ਲੈਂਥੀ ਨਾ ਹੋਵੇ, ਠੀਕ ਹੈ। ਵਰਡ ਲਿਮਟ 250 ਉਸਦਾ ਧਿਆਨ ਰੱਖਣਾ ਹੈ, ਠੀਕ ਹੈ। ਅਪਾਰਟ ਫਰੋਮ ਦਿਸ, ਇਸ ਤੋਂ ਇਲਾਵਾ ਕੀ ਹੈਗਾ, ਇਫ ਅ ਚਾਈਲਡ ਹੈਜ਼ ਬਰਥ ਡਿਫੈਕਟ, ਅਗਰ ਕਿਸੇ ਬੱਚੇ ਨੂੰ ਕੋਈ ਬਰਥ ਤੋਂ ਕੋਈ ਡਿਫੈਕਟ ਹੈ, ਠੀਕ ਹੈ, ਸੋ ਸਪੈਸ਼ਲ ਟ੍ਰੇਨਿੰਗ ਵੁੱਡ ਬੀ ਹੈਲਪਫੁਲ ਫॉर ਪੇਰੈਂਟਸ ਟੂ ਹੈਂਡਲ ਪ੍ਰੋਬਲਮਸ, ਠੀਕ ਹੈ। ਕਹਿੰਦੇ ਅਗਰ ਕਿਸੇ ਬੱਚੇ ਨੂੰ ਕੋਈ ਆ ਬਰਥ ਤੋਂ ਹੀ ਕੋਈ ਡਿਫੈਕਟ ਆ ਤਾਂ ਫਿਰ ਉਹਦੇ ਲਈ ਕੀ ਹੈ, ਜਿਹੜੀ ਸਪੈਸ਼ਲ ਟ੍ਰੇਨਿੰਗ ਚਾਹੀਦੀ ਹੈ, ਠੀਕ ਹੈ। ਪੇਰੈਂਟਸ ਨੂੰ ਸਪੈਸ਼ਲ ਟ੍ਰੇਨਿੰਗ ਚਾਹੀਦੀ ਹੈਗੀ ਆ ਕਿ ਉਹ ਕਿੱਦਾਂ ਹੈਂਡਲ ਕਰਨ ਆਪਣੇ ਬੱਚੇ ਦੀ ਪ੍ਰੋਬਲਮ, ਠੀਕ ਹੈ। ਸੋ ਟ੍ਰੇਨਿੰਗ ਵੁੱਡ ਬੀ ਹੈਲਪਫੁਲ ਫॉर ਪੇਰੈਂਟਸ ਟੂ ਹੈਂਡਲ ਪ੍ਰੋਬਲਮਸ, ਕਿ ਜਿਹੜੀ ਇਹ ਟ੍ਰੇਨਿੰਗ ਹੈਗੀ ਉਹ ਹੈਲਪਫੁਲ ਹੋਏਗੀ ਪੇਰੈਂਟਸ ਦੇ ਲਈ, ਠੀਕ ਹੈ, ਪ੍ਰੋਬਲਮਸ ਹੈਂਡਲ ਕਰਨ ਦੇ ਲਈ। ਤਾਂ ਇੱਕ ਵਾਰ ਦੇਖੋ ਆਪਣੇ ਕੋਲ ਜੋ ਸਟੇਟਮੈਂਟ ਸੀਗੀ, ਇਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਚਾਈਲਡ ਕੇਅਰ ਜਿਹੜੀ ਹੈ ਮੈਂਡੇਟਰੀ ਹੋਣੀ ਚਾਹੀਦੀ ਆ, ਆਪਾਂ ਕਿਹਾ ਯੈਸ ਹੋਣੀ ਚਾਹੀਦੀ ਆ। ਉਸ ਦੇ ਪਿੱਛੇ ਰੀਜ਼ਨ ਦੱਸਣਾ ਕਿਉਂ ਹੋਣੀ ਚਾਹੀਦੀ ਆ, ਪਹਿਲਾਂ ਥੀਸੀ ਲਾਈਨ ਦੇ ਦਿੱਤੀ, ਠੀਕ ਹੈ। 3 ਵੇਰੀਏਸ਼ਨ ਆਪਾਂ ਐਡ ਕੀਤੀਆਂ ਇੰਟਰੋ ਦੇ ਵਿੱਚ, ਆਫਟਰ ਦੈਟ ਆਪਾਂ BP1 ਸਟਾਰਟ ਕੀਤਾ, ਠੀਕ ਹੈ। ਆਪਾਂ ਫੁੱਲ ਐਸੇ ਦੇ ਵਿੱਚ ਕੰਡੀਸ਼ਨਲ ਸੈਂਟੈਂਸ ਵੀ ਐਡ ਕੀਤੇ, ਕੰਪਲੈਕਸ ਵੀ ਐਡ ਕੀਤੇ, ਠੀਕ ਹੈ, ਸਿੰਪਲ ਵੇਰੀਏਸ਼ਨ ਵੀ ਕੀਤੀਆਂ। ਟੂ ਬਿਗਨ ਵਿਦ ਤੋਂ ਆਪਾਂ ਜਦੋਂ ਸਟਾਰਟ ਕੀਤਾ, ਫਸਟ ਰੀਜ਼ਨ ਦੱਸਿਆ ਆਪਾਂ ਕਿ ਕਿਉਂ ਜਿਹੜੀ ਇੰਪੋਰਟੈਂਟ ਆ, ਕਿ ਉਹ ਨਿਊ ਰਿਸਪੋਂਸੀਬਿਲਿਟੀ ਦੇ ਲਈ ਆਪਣੀ ਲਾਈਫ ਨੂੰ ਮੈਨੇਜ ਕਰਨਾ ਸਿੱਖ ਜਾਂਦੇ ਆ ਟ੍ਰੇਨਿੰਗ ਦੇ ਲਈ, ਐਂਡ ਆਪਣੇ ਬੱਚੇ ਦੇ ਨਾਲ ਕਾਮ ਰਹਿੰਦੇ ਨੇ, ਠੀਕ ਹੈ। ਤਾਂ ਉਹ ਨਿਊ ਜਿਹੜੀ ਰਿਸਪੋਂਸੀਬਿਲਿਟੀ 'ਤੇ ਭੜਕਦੇ ਨਹੀਂ ਕਿ ਇਹ ਜਿਹੜੀ ਨਿਊ ਰਿਸਪੋਂਸੀਬਿਲਿਟੀ ਉਹਨੂੰ ਕਾਮ ਵੇ ਦੇ ਨਾਲ ਜਿਹੜਾ ਕਿ ਸੁਲਝਾਉਂਦੇ ਨੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਰੀਜ਼ਨ ਤੁਸੀਂ ਦੱਸਿਆ ਹੈਗਾ ਕਿਉਂ ਇੰਪੋਰਟੈਂਟ ਹੈ, ਠੀਕ ਹੈ। ਉਹਦੇ ਵਿੱਚ ਤੁਸੀਂ ਦੱਸ ਦਿੱਤਾ ਹੈਗਾ ਕਿ ਕਾਫੀ ਜਿਹੜੇ ਉਹ ਕ੍ਰੂਸ਼ੀਅਲ ਪੀਰੀਅਡ ਹੁੰਦਾ ਹੈ, ਠੀਕ ਹੈ, ਬਰਥ ਤੋਂ ਬਾਅਦ। ਉਸ ਟਾਈਮ ਕੀ ਆ, ਕੁਛ ਸਪੈਸ਼ਲ ਜਿਹੜੀ ਆਪਾਂ ਨੂੰ ਟ੍ਰੇਨਿੰਗ ਜ਼ਰੂਰਤ ਹੁੰਦੀ ਹੈ, ਕਿਉਂਕਿ ਵੈਕਸੀਨੇਸ਼ਨਸ ਕਾਫੀ ਹੁੰਦੀਆਂ ਨੇ ਇੰਪੋਰਟੈਂਟ, ਠੀਕ ਹੈ। ਕਾਮਨ ਹੈਲਥ ਇਸ਼ੂਜ਼ ਜਿਹੜੇ ਹੁੰਦੇ ਨੇ, ਅਗਰ ਇਸ ਟਾਈਮ ਜੇ ਆਪਣੀ ਪ੍ਰੋਪਰ ਕੇਅਰ ਹੋ ਜਾਂਦੀ ਹੈ ਤਾਂ ਬੱਚਾ ਕੀ ਆ, ਫੁੱਲ ਇੰਟਾਇਰ ਲਾਈਫ ਦੇ ਵਿੱਚ ਕੀ ਆ, ਆਪਣਾ ਹੈਲਥੀ ਰਹਿੰਦਾ ਹੈ, ਠੀਕ ਹੈ। ਤਾਂ ਉਹ ਚੀਜ਼ ਆਪਾਂ ਸੈਕਿੰਡ ਰੀਜ਼ਨ ਦੱਸਿਆ ਇੱਥੇ। ਐਂਡ ਆਫਟਰ ਦੈਟ ਕਰਕੇ ਵੀ ਲਗਾ ਦਿੱਤਾ ਹੈ ਕਿ ਅਗਰ ਕਿਸੇ ਬੱਚੇ ਨੂੰ ਬਰਥ ਤੋਂ ਕੋਈ ਡਿਫੈਕਟ ਹੈ ਤਾਂ ਉਹਦੇ ਲਈ ਇੱਕ ਜਿਹੜੀ ਸਪੈਸ਼ਲ ਟ੍ਰੇਨਿੰਗ ਹੈ ਉਹ ਬੈਨੀਫਿਸ਼ੀਅਲ ਰਹੇਗੀ ਪੇਰੈਂਟਸ ਦੇ ਲਈ ਹੈਂਡਲ ਕਰਨ ਲਈ ਪ੍ਰੋਬਲਮਸ, ਠੀਕ ਹੈ। ਤਾਂ ਇਹ ਚੀਜ਼ ਆਪਣੀ ਹੋ ਗਿਆ ਫੁੱਲ ਐਸੇ। ਆਪਾਂ ਸੀ ਕੰਪਲੀਟਲੀ ਐਗਰੀ, ਠੀਕ ਹੈ, ਇਹ 'ਚ ਡਿਸਐਗਰੀ ਵਾਲੀ ਸਾਈਡ ਨਹੀਂ, ਨਾਲ ਦੀ ਨਾਲ ਨਹੀਂ ਜਾਣਾ ਹੈ, ਜਾਂ ਤਾਂ ਫੁੱਲ ਡਿਸਐਗਰੀ ਜਾਓ ਜਾਂ ਫਿਰ ਕੰਪਲੀਟਲੀ ਐਗਰੀ ਜਾਓ, ਠੀਕ ਹੈ। ਉਸ ਤੋਂ ਅੱਗੇ ਆਪਣੇ ਕੋਲ ਹੈਗਾ ਗਾ ਕਨਕਲੂਜ਼ਨ। To conclude it, according to my perspective, ਮੇਰੇ perspective ਦੇ according, child care training should be necessary, especially for new parents, because it is provide ample benefits as mentioned in the essay. ਮੇਰੇ ਪਰਸਪੈਕਟਿਵ ਦੇ ਅਕੋਰਡਿੰਗ, ਓਪੀਨੀਅਨ ਪੁੱਛਿਆ ਸੀ, ਮੇਰੇ ਪਰਸਪੈਕਟਿਵ ਦੇ ਅਕੋਰਡਿੰਗ ਜਿਹੜੀ ਚਾਈਲਡ ਕੇਅਰ ਟ੍ਰੇਨਿੰਗ ਹੈ ਉਹ ਸ਼ੁੱਡ ਬੀ ਨੈਸੈਸਰੀ, ਹੋਣੀ ਚਾਹੀਦੀ ਹੈ, ਨੈਸੈਸਰੀ ਸਪੈਸ਼ਲੀ ਫॉर ਨਿਊ ਪੇਰੈਂਟਸ ਦੇ ਲਈ। ਕਿਉਂ? ਕਿਉਂਕਿ ਇਹ ਪ੍ਰੋਵਾਈਡ ਕਰਦੀ ਹੈ ਐਂਪਲ ਬੈਨੀਫਿਟਸ ਐਜ਼ ਮੈਂਸ਼ਨ ਇਨ ਦਾ ਐਸੇ, ਜਿੱਦਾਂ ਕਿ ਐਸੇ ਦੇ ਵਿੱਚ ਮੈਂਸ਼ਨ ਕੀਤੇ ਗਏ ਨੇ ਬੈਨੀਫਿਟਸ, ਠੀਕ ਹੈ। ਅਤੇ ਇਹ ਆਪਣਾ ਐਸੇ ਫੁੱਲ, ਅਤੇ ਜੋ ਐਗਜ਼ਾਮ ਦੇ ਵਿੱਚ ਰੀਸੈਂਟਲੀ ਐਗਜ਼ਾਮ ਦੇ ਵਿੱਚ ਆਏ ਹੁੰਦੇ ਨੇ, ਠੀਕ ਹੈ, ਟਾਸਕ ਉਹਨਾਂ ਨੂੰ ਇੱਕ ਵਾਰੀ ਜਸਟ ਕਲੀਅਰ ਕਰ ਲਿਆ ਕਰੋ ਜਦੋਂ ਤੁਸੀਂ ਐਗਜ਼ਾਮ ਦੇਣਾ ਹੈਗਾ, ਠੀਕ ਹੈ। ਮਤਲਬ ਕਿ ਤੁਹਾਡੇ 10 to 15 ਜਿਹੜੇ ਐਸੇ ਕਲੀਅਰ ਹੋਣੇ ਚਾਹੀਦੇ ਜਦੋਂ ਤੁਸੀਂ ਐਗਜ਼ਾਮ ਦੇਣਾ ਹੈ, ਮਤਲਬ 3 to 4 ਮੰਥ ਦੇ ਐਸੇ ਜਿਹੜੇ ਕਲੀਅਰ ਹੋਣੇ ਚਾਹੀਦੇ ਨੇ, ਠੀਕ ਹੈ, ਤਾਂ ਜੋ ਫਿਰ ਤੁਹਾਨੂੰ ਕਾਫੀ ਜਿਹੜੇ ਮਤਲਬ ਹੈਲਪ ਹੁੰਦੀ ਹੈ ਐਗਜ਼ਾਮ ਦੇ ਵਿੱਚ। ਕਿਉਂਕਿ ਸਮ ਟਾਈਮ ਤਾਂ ਇੱਦਾਂ ਹੁੰਦਾ ਕਿ ਸਟੇਟਮੈਂਟ ਹੀ ਜਿੱਦਾਂ ਹੁਣ ਚਾਈਲਡ ਕੇਅਰ 'ਤੇ ਆ ਕਾਫੀ ਵਾਰ ਜਿਹੜੇ ਐਗਜ਼ਾਮ ਦੇ ਵਿੱਚ ਰਿਪੀਟ ਹੋ ਗਏ ਨੇ ਐਸੇ, ਠੀਕ ਹੈ। ਤਾਂ ਉਹ ਤੁਹਾਨੂੰ ਆਈਡੀਆਜ਼ ਵੀ ਪਤਾ ਹੁੰਦੇ, ਵਕੈਬ ਵੀ ਪਤਾ ਹੁੰਦੇ ਆ, ਠੀਕ ਹੈ। ਓਕੇ, ਆਈ ਹੋਪ ਅੱਜ ਦੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ। ਥੈਂਕਸ ਫॉर ਵਾਚਿੰਗ।